Dear student, today we shall start fourth lesson of Exploring English Book of 6th class. The name of the lesson is The Waters of Olive Lake. There is no mention of any writer because this lesson has not been written by any writer. This is a retelling of an ancient Chinese story about a young man called Liu and his mother. ਇਹ ਜਿਹੜਾ ਲੈਸਨ ਹੈ ਇੱਕ ਪੁਰਾਤਨ ਚਾਈਨੀਜ਼ ਸਟੋਰੀ ਹੈ ਜਿਹੜੀ ਰਾਈਟਰ ਨੇ ਰੀਟੈਲ ਕੀਤੀ ਹੈ, ਇਹਨੂੰ ਦੁਬਾਰਾ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਰਾਈਟਰ ਨੇ ਖੁਦ ਇਸ ਲੈਸਨ ਨੂੰ ਨਹੀਂ ਲਿਖਿਆ, ਉਹਨੇ ਜਿਹੜੀ ਪੁਰਾਤਨ ਚਾਈਨੀਜ਼ ਸਟੋਰੀ ਨੂੰ ਰੀਟੈਲ ਕੀਤਾ ਹੈ, ਮੁੜ ਤੋਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹ ਸਟੋਰੀ ਕਿਹਦੇ ਬਾਰੇ ਹੈ? ਯੰਗ ਮੈਨ ਬਾਰੇ ਜਿਸ ਦਾ ਨਾਮ ਲਿਊ ਹੈ ਤੇ ਉਸਦੀ ਮਦਰ ਬਾਰੇ ਹੈ। ਹੂ ਡੂ ਨਾਟ ਹੈਵ ਇਨਫ ਟੂ ਈਟ, ਜਿਨ੍ਹਾਂ ਕੋਲ ਖਾਣ ਵਾਸਤੇ ਬਹੁਤ ਕੁਝ ਨਹੀਂ ਹੁੰਦਾ। ਹੈਵ ਯੂ ਐਵਰ ਥਾਟ ਅਬਾਊਟ ਦ ਕੰਡੀਸ਼ਨ ਆਫ ਪੀਪਲ ਇਨ ਮੈਨੀ ਪਾਰਟਸ ਆਫ ਦ ਵਰਲਡ ਹੂ ਗੋ ਟੂ ਸਲੀਪ ਔਨ ਐਨ ਐਮਟੀ ਸਟਮਕ, ਕਿ ਤੁਸੀਂ ਕਦੀ ਉਹਨਾਂ ਲੋਕਾਂ ਦੀ ਹਾਲਤ ਬਾਰੇ ਸੋਚਿਆ ਜਿਹੜੇ ਕਿ ਸੰਸਾਰ ਦੇ ਵਰਲਡ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਰਹਿੰਦੇ ਨੇ ਅਤੇ ਉਹਨਾਂ ਭੁੱਖੇ ਪੇਟ ਹੀ ਸੌ ਜਾਂਦੇ ਨੇ। ਰੀਡ ਦ ਫੇਬਲ ਐਂਡ ਫਾਈਂਡ ਆਊਟ ਵਟ ਲਿਊ ਡਜ਼। ਇਹ ਜਿਹੜੀ ਕਹਾਣੀ ਹੈ ਇਹ ਪੜ੍ਹੋ ਅਤੇ ਦੇਖੋ ਕਿ ਜੋ ਕੁਝ ਲਿਊ ਉਹਨਾਂ ਵਾਸਤੇ ਕਰਨਾ ਚਾਹੁੰਦਾ ਹੈ ਜਾਂ ਕਰਦਾ ਹੈ। ਯੰਗ ਲਿਊ ਐਂਡ ਹਿਸ ਮਦਰ ਵਰਕਡ ਇਨ ਦ ਫੀਲਡ। ਛੋਟਾ ਜਾਂ ਜਵਾਨ ਲਿਊ ਅਤੇ ਉਸਦੀ ਮਦਰ ਇਹ ਖੇਤਾਂ ਦੇ ਵਿੱਚ ਕੰਮ ਕਰਦੇ ਨੇ। ਦੇ ਟਿਲਡ ਦ ਲੈਂਡ ਐਂਡ ਸੋਰ ਸੀਡ। ਟਿਲਡ ਹੁੰਦਾ ਜ਼ਮੀਨ ਨੂੰ ਪੱਧਰਿਆਂ ਕਰਨਾ, ਉਹ ਜ਼ਮੀਨ ਨੂੰ ਪੱਧਰਿਆਂ ਕਰਦੇ ਨੇ ਅਤੇ ਉਹਦੇ ਵਿੱਚ ਬੀਜ ਬੀਜਦੇ ਨੇ। ਸੋ ਮੈਨੇ ਬੀਜਣਾ, ਸੀਡ ਮੈਨੇ ਬੀਜ। ਦੇ ਗਰੂ ਗ੍ਰੇਨਸ ਐਂਡ ਵੈਜੀਟੇਬਲ। ਉਹ ਕੀ ਉਗਾਉਂਦੇ ਨੇ? ਗ੍ਰੇਨਸ ਅਨਾਜ ਅਤੇ ਵੈਜੀਟੇਬਲ ਸਬਜ਼ੀਆਂ ਅਤੇ ਅਨਾਜ ਉਗਾਉਂਦੇ ਨੇ। ਸਟਿਲ ਦੇਅਰ ਹਾਰਵੈਸਟ ਬੇਅਰਲੀ ਗੇਵ ਦੈਮ ਇਨਫ ਫੂਡ। ਅਤੇ ਇਹਨਾਂ ਦੀ ਹਾਰਵੈਸਟ ਫਸਲ ਦੀ ਕਟਾਈ ਕਰਨੀ, ਜਦੋਂ ਫਸਲ ਦੀ ਕਟਾਈ ਕਰਦੇ ਨੇ ਬੇਰਲੀ ਵੀ ਮੁਸ਼ਕਿਲ ਦੇ ਨਾਲ, ਬੜੀ ਮੁਸ਼ਕਿਲ ਦੇ ਨਾਲ ਹੀ ਉਹਨਾਂ ਨੂੰ ਕੁਛ ਫੂਡ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਕੋਈ ਜ਼ਿਆਦਾ ਫੂਡ ਨਹੀਂ ਪ੍ਰਾਪਤ ਹੁੰਦਾ, ਇਹ ਬੜੀ ਮੁਸ਼ਕਿਲ ਦੇ ਨਾਲ ਹੀ ਉਹਨਾਂ ਨੂੰ ਇਹ ਖਾਣਾ ਪ੍ਰਾਪਤ ਹੁੰਦਾ ਹੈ। ਦੇ ਲਿਵਡ ਨੀਅਰ ਦਾ ਓਲਿਵ ਲੇਕ। ਕਿੱਥੇ ਰਹਿੰਦੇ ਨੇ? ਉਹ ਓਲਿਵ ਲੇਕ ਦੇ ਨੇੜੇ ਰਹਿੰਦੇ ਨੇ। ਕੌਣ? ਲਿਊ ਅਤੇ ਉਸਦੀ ਮਦਰ। ਓਲਿਵ ਹੁੰਦਾ ਵੈਸੇ ਜੈਤੂਨ ਹੁੰਦਾ, ਲੇਕਿਨ ਇੱਥੇ ਇੱਕ ਝੀਲ ਦਾ ਨਾਮ ਹੈ ਓਲਿਵ। ਹੂਸ ਵਾਟਰ ਵਰ ਫਿਲਥੀ, ਜਿਸ ਦਾ ਪਾਣੀ ਬਹੁਤ ਗੰਦਾ ਹੈ। ਦ ਸਮੈਲ ਵਾਜ਼ ਸੋ ਬੈਡ ਦੈਟ ਲਿਊ ਕੁਡਨਟ ਗੋ ਫਿਸ਼ਿੰਗ ਇਨ ਇਟ। ਅਤੇ ਇਸ ਝੀਲ ਦਾ ਪਾਣੀ ਜਿਹੜਾ ਇੰਨਾ ਗੰਦਾ ਹੈ ਕਿ ਜਿਹੜਾ ਲਿਊ ਹੈ ਉਹ ਫਿਸ਼ਿੰਗ ਵਾਸਤੇ ਇਸ ਵਿੱਚ ਨਹੀਂ ਜਾ ਸਕਦਾ, ਮੱਛੀਆਂ ਪਕੜਨ ਵਾਸਤੇ ਨਹੀਂ ਜਾ ਸਕਦਾ। ਵਿਦ ਨੋ ਫਿਸ਼ ਟੂ ਈਟ, ਅਤੇ ਇਸ ਕਰਕੇ ਉਹਨੂੰ ਖਾਣ ਵਾਸਤੇ ਕੋਈ ਮਛਲੀ ਨਹੀਂ ਮਿਲਦੀ। ਲਿਊ ਐਂਡ ਹਿਸ ਮਦਰ ਸਰਵਾਈਵਡ ਔਨ ਦ ਫਿਊ ਵੈਜੀਟੇਬਲ ਦੇ ਗਰੂ। ਹੁਣ ਲਿਊ ਅਤੇ ਉਸਦੀ ਮਦਰ ਕਾਹਦੇ 'ਤੇ ਜਿੰਦਾ ਰਹਿੰਦੇ? ਸਿਰਫ ਸਬਜ਼ੀਆਂ ਅਤੇ ਕੁਝ ਕੁ ਸਬਜ਼ੀਆਂ 'ਤੇ ਜਿੰਦਾ ਰਹਿੰਦੇ ਨੇ ਜਿਹੜੀਆਂ ਉਹ ਖੇਤਾਂ ਦੇ ਵਿੱਚ ਉਗਾਉਂਦੇ ਨੇ। ਉਹਨਾਂ ਨੂੰ ਸਿਵਾਏ ਸਬਜ਼ੀਆਂ ਦੇ ਹੋਰ ਕੁਝ ਵੀ ਖਾਣ ਨੂੰ ਨਹੀਂ ਮਿਲਦਾ, ਕੋਈ ਜ਼ਿਆਦਾ ਖਾਣ ਨੂੰ ਨਹੀਂ ਮਿਲਦਾ। ਲਿਊ ਕੁਡਨਟ ਬੀਅਰ ਟੂ ਹਿਸ ਓਲਡ ਮਦਰ ਵਰਕ ਸੋ ਹਾਰਡ ਇਨ ਦ ਫੀਲਡ। ਅਤੇ ਲਿਊ ਇਹ ਵੀ ਬਰਦਾਸ਼ਤ ਨਹੀਂ ਕਰ, ਬੀਅਰ ਮੈਨੇ ਸਹਿਣ ਕਰਨਾ, ਬਰਦਾਸ਼ਤ ਕਰਨਾ। ਲਿਊ ਇਹ ਵੀ ਸਹਿਣ ਨਹੀਂ ਕਰ ਸਕਦਾ ਕਿ ਉਹਦੀ ਮਾਂ ਜਿਹੜੀ ਖੇਤਾਂ ਦੇ ਵਿੱਚ ਇੰਨੀ ਸਖਤ ਮਿਹਨਤ ਕਰੇ, ਇਹ ਵੀ ਉਹ ਦੇਖ ਕੇ ਸਹਿਣ ਨਹੀਂ ਕਰ ਸਕਦਾ। ਹੀ ਹੈਡ ਓਨਲੀ ਵਨ ਵਿਸ਼ ਟੂ ਲੈਟ ਹਿਸ ਮਦਰ ਲਿਵ ਲਾਈਫ ਆਫ ਕੰਫਰਟ। ਉਹਦੀ ਇੱਕੋ ਖਾਸ਼ ਹੁੰਦੀ ਹੈ ਕਿ ਉਹਦੀ ਮਦਰ ਜਿਹੜੀ ਹੈ ਕੰਫਰਟੇਬਲ ਲਾਈਫ ਜਿਹੜੀ ਜੀਵੇ, ਆਰਾਮਪੂਰਵਕ ਜ਼ਿੰਦਗੀ ਜੀਵੇ। ਵਾਈ ਇਜ਼ ਇਟ ਦੈਟ ਵੀ ਵਰਕ ਸੋ ਹਾਰਡ ਐਂਡ ਯੈਟ ਸਟੇ ਪੂਅਰ? ਹੀ ਵੰਡਰ। ਉਹ ਬੜਾ ਹੈਰਾਨ ਹੁੰਦਾ ਹੈ ਲਿਊ, ਕਹਿੰਦਾ ਕਿ ਅਸੀਂ ਇੰਨੀ ਮਿਹਨਤ ਕਰਦੇ ਹਾਂ, ਇੰਨੀ ਵਰਕ ਹਾਰਡ ਕਰਦੇ ਹਾਂ ਅਤੇ ਫਿਰ ਵੀ ਅਸੀਂ ਗਰੀਬ ਹੀ ਠਹਿਰੇ ਹਾਂ, ਗਰੀਬ ਹੀ ਰਹਿੰਦੇ ਹਾਂ, ਕਿਉਂ? ਇਸ ਚੀਜ਼ ਤੋਂ ਬੜੀ ਹੈਰਾਨੀ ਹੁੰਦੀ ਹੈ। ਲਿਊ ਡਿਸਾਈਡਡ ਹੀ ਮਸਟ ਡੂ ਸਮਥਿੰਗ ਅਬਾਊਟ ਇਟ। ਹੁਣ ਲਿਊ ਫੈਸਲਾ ਕਰਦਾ ਹੈ ਕਿ ਉਹ ਇਸ ਬਾਰੇ ਕੁਝ ਨਾ ਕੁਝ ਕਰੇਗਾ। ਆਈ ਵਿਲ ਗੋ ਟੂ ਰੂਸ਼ੋ ਦ ਗੋਡ ਆਫ ਦ ਵੈਸਟ। ਉਹਨੇ ਕੀ ਫੈਸਲਾ ਕੀਤਾ ਕਿ ਉਹ ਰੂਸ਼ੋ ਦੇ ਕੋਲ ਜਾਏਗਾ। ਰੂਸ਼ੋ ਕੌਣ ਆ? ਵੈਸਟ ਦਾ ਦੇਵਤਾ ਹੈ। ਐਂਡ ਆਸਕ ਵਾਈ ਦਿਸ ਇਜ਼ ਸੋ। ਅਤੇ ਉਹਨੂੰ ਪੁੱਛੇਗਾ ਕਿ ਉਹਨਾਂ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ, ਇਸ ਤਰ੍ਹਾਂ ਕਿਉਂ ਹੋ ਰਿਹਾ ਕਿ ਇੰਨੀ ਸਖਤ ਮਿਹਨਤ ਕਰਦੇ ਨੇ ਫਿਰ ਵੀ ਉਹ ਗਰੀਬ ਰਹਿੰਦੇ ਨੇ, ਇਸ ਤਰ੍ਹਾਂ ਕਿਉਂ ਹੋ ਰਿਹਾ? ਸੋ ਲਿਊ ਸੈਟ ਆਫ ਔਨ ਏ ਜਰਨੀ ਅਕਰੋਸ ਮੀਡੋਜ਼ ਐਂਡ ਓਵਰ ਹਿਲਸ ਥਰੂ ਵੈਲੀਜ਼ ਐਂਡ ਫੋਰੈਸਟ। ਇਸ ਤਰ੍ਹਾਂ ਜਿਹੜਾ ਲਿਊ ਹੈ ਉਹ ਆਪਣੀ ਜਰਨੀ, ਆਪਣੀ ਯਾਤਰਾ ਸੈਟੋਂ ਵਿੱਚ ਯਾਤਰਾ ਵਾਸਤੇ ਸਟਾਰਟ ਹੋ ਜਾਂਦਾ, ਆਪਣੀ ਯਾਤਰਾ ਸ਼ੁਰੂ ਕਰਦਾ। ਕਿ ਯਾਤਰਾ ਕਰਦੇ ਕਿੰਨਾ ਵਿੱਚੋਂ ਦੀ ਲੰਘਣਾ ਪੈਂਦਾ ਉਹਨੂੰ? ਮੀਡੋਜ਼, ਚਰਾਗਾਹਾਂ ਵਿੱਚੋਂ ਲੰਘਣਾ ਪੈਂਦਾ, ਫਿਰ ਪਹਾੜੀਆਂ ਵਿੱਚੋਂ ਲੰਘਦਾ, ਵੈਲੀਜ਼ ਹੁੰਦੀਆਂ ਪਹਾੜਾਂ ਦੇ ਵਿੱਚ ਨੀਚੇ ਵਾਲੀ ਜਗ੍ਹਾ ਉਹਨਾਂ 'ਚੋਂ ਲੰਘਦਾ, ਜੰਗਲਾਂ ਵਿੱਚੋਂ ਲੰਘਦਾ, ਫੋਰੈਸਟ ਵੀ ਜੰਗਲਾਂ 'ਚੋਂ ਲੰਘਦਾ। ਦ ਗਰਾਊਂਡ ਬਿਕੇਮ ਡਿਫੀਕਲਟ ਐਂਡ ਦ ਵੈਦਰ ਗ੍ਰੂ ਵਰਸ। ਅਤੇ ਜਿਹੜੀ ਗਰਾਊਂਡ ਹੈ, ਜਿਸ ਜ਼ਮੀਨ ਤੋਂ ਉਹ ਲੰਘਦਾ ਹੈ, ਉਹ ਬੜੀ ਉੱਤੋਂ ਲੰਘਣਾ ਬੜਾ ਮੁਸ਼ਕਿਲ ਹੁੰਦਾ ਉਹਦੇ ਵਾਸਤੇ, ਬੜੀ ਮੁਸ਼ਕਿਲ ਬਣੀ ਹੁੰਦੀ ਉਹਦੇ ਵਾਸਤੇ। ਅਤੇ ਨਾ ਦੂਸਰੇ ਪਾਸੇ ਜਿਹੜਾ ਵੈਦਰ ਹੈ, ਮੌਸਮ ਹੈ, ਉਹ ਵੀ ਖਰਾਬ ਹੋ ਜਾਂਦਾ ਹੈ। ਲਿਊ ਯੂਜ਼ ਟਵਿਗਸ ਐਜ਼ ਫਾਇਰਵੁੱਡ ਟੂ ਫਾਈਟ ਆਫ ਦਾ ਓਲਡ ਵਿੰਡਸ। ਹੁਣ ਜਿਹੜਾ ਲਿਊ ਹੈ
ਉਹ ਅੱਗ ਬਾਲ ਕੇ ਟਵਿਕਸ ਵੀ ਟਾਹਣੀਆਂ ਦੇ ਨਾਲ ਅੱਗ ਬਾਲ ਕੇ ਹਵਾ ਠੰਡੀ ਚੱਲਦੀ ਹੁੰਦੀ ਹੈ, ਠੰਡ ਹੁੰਦੀ ਹੈ, ਉਸ ਤੋਂ ਬਚਣ ਵਾਸਤੇ ਉਹ ਕੀ ਕਰਦਾ, ਲੱਕੜੀਆਂ ਦੇ ਨਾਲ ਅੱਗ ਬਾਲ ਲੈਂਦਾ। ਹੀ ਏਟ ਨਟਸ ਐਂਡ ਬੇਰੀਜ਼ ਵਿਚ ਹੀ ਵਾਸ ਹੰਗਰੀ। ਜਦੋਂ ਉਹਨੂੰ ਭੁੱਖ ਲੱਗੀ ਹੁੰਦੀ ਹੈ ਤਾਂ ਕੀ ਖਾਂਦਾ ਹੈ, ਨਟਸ ਖਾਂਦਾ, ਅਖਰੋਟ ਖਾਂਦਾ, ਬੇਰੀਜ਼ ਇੱਕ ਫਰੂਟ ਦਾ ਨਾਮ ਹੈ, ਉਹ ਖਾਂਦਾ। ਵਨ ਡੇ ਲਿਊ ਸਾ ਲਿਟਲ ਹਟ। ਇੱਕ ਦਿਨ ਕੀ ਹੋਇਆ ਕਿ ਲਿਊ ਨੇ ਇੱਕ ਛੋਟੀ ਜੀ ਝੌਂਪੜੀ ਦੇਖੀ। ਲਿਊ ਨੇ ਹੀ ਕੁਡ ਸੀ ਐਨ ਓਲਡ ਵੂਮੈਨ ਐਂਡ ਏ ਯੰਗ ਗਰਲ ਈਟਿੰਗ ਰਾਈਸ ਪੋਰੀਸ ਇਨਸਾਈਡ। ਉਸਨੇ ਦੇਖਿਆ ਕਿ ਇੱਕ ਬੁੱਢੀ ਔਰਤ ਅਤੇ ਇੱਕ ਛੋਟੀ ਜਿਹੀ ਲੜਕੀ ਇਸ ਝੌਂਪੜੀ ਦੇ ਵਿੱਚ ਰਾਈਸ ਪੋਰਿਸ ਖਾ ਰਹੇ। ਪੋਰਿਸ ਮੀਨਸ ਦਲੀਆ, ਰਾਈਸ ਮੀਨਸ ਚਾਵਲ, ਜਾਂ ਚਾਵਲਾਂ ਦੀ ਖਿਚੜੀ ਵੀ ਕਹਿ ਸਕਦੇ ਹਾਂ ਅਤੇ ਚਾਵਲ ਦਾ ਦਲੀਆ ਵੀ ਕਹਿ ਸਕਦੇ ਹਾਂ। ਇਹ ਖਾ ਰਹੀਆਂ ਸੀਗੀਆਂ ਉਹ ਬੁੱਢੀ ਔਰਤ ਅਤੇ ਛੋਟੀ ਲੜਕੀ। ਕਿੱਥੇ? ਉਹ ਝੌਂਪੜੀ ਵਿੱਚ। ਕਿਹੜੀ ਝੌਂਪੜੀ? ਜਿਹੜੀ ਲਿਊ ਨੇ ਦੇਖੀ ਸੀ ਇੱਕ ਦਿਨ। ਦਾ ਰਾਈਸ ਪੋਰਿਸ ਸਮੈਲਡ ਹੈਵਨਲੀ ਮੀਨਸ ਇੱਥੇ ਸਵਰਗ ਨਹੀਂ ਹੈ, ਸਵਰਗੀ ਨਹੀਂ ਹੈ, ਇੱਥੇ ਹੀ ਬਹੁਤ ਵਧੀਆ। ਅਤੇ ਰਾਈਸ ਪੋਰੀ ਦੀ ਸਮੈਲ ਜਿਹੜੀ ਸੀ ਉਹ ਬੜੀ ਵਧੀਆ ਬਾਸ਼ਨਾ ਆ ਰਹੀ ਸੀਗੀ, ਜਿਹੜਾ ਰਾਈਸ ਦਾ ਦਲੀਆ ਸੀ ਜਾਂ ਰਾਈਸ ਦਾ ਖਿਚੜੀ ਬਣੀ ਹੋਈ ਸੀ। ਲਿਊ ਵਾਜ਼ ਸਟਾਰਵਿੰਗ, ਅਤੇ ਲਿਊ ਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ। ਦਾ ਓਲਡ ਵੂਮੈਨ ਸਾ ਲਿਊ ਐਂਡ ਕੇਮ ਆਊਟਸਾਈਡ ਦਾ ਹਟ। ਅਤੇ ਬੁੱਢੀ ਔਰਤ ਨੇ ਲਿਊ ਨੂੰ ਦੇਖਿਆ ਅਤੇ ਝੌਂਪੜੀ ਤੋਂ ਬਾਹਰ ਆ ਗਈ। ਯੂ ਮਸਟ ਬੀ ਹੰਗਰੀ ਸ਼ੀ ਸੈਡ। ਉਸ ਔਰਤ ਨੇ ਲਿਊ ਨੂੰ ਕਿਹਾ ਕਿ ਤੁਹਾਨੂੰ ਜ਼ਰੂਰ ਭੁੱਖ ਲੱਗੀ ਹੋਏਗੀ। ਐਂਡ ਆਫਰਡ ਹਿਮ ਸਮ ਫੂਡ, ਅਤੇ ਉਸਨੂੰ ਕੁਝ ਖਾਣਾ ਦਿੱਤਾ। ਵੇਅਰ ਆਰ ਯੂ ਗੋਇੰਗ ਸ਼ੀ ਆਸਕਡ ਐਜ਼ ਲਿਊ ਏਟ ਦਾ ਪੋਰਿਸ। ਜਿਵੇਂ ਹੀ ਲਿਊ ਨੇ ਆਪਣਾ ਦਲੀਆ ਜਿਹੜਾ ਉਸਨੂੰ ਖਾਣ ਤੋਂ ਬਾਅਦ ਉਸ ਔਰਤ ਨੇ ਉਹਨੂੰ ਪੁੱਛਿਆ ਲਿਊ ਨੂੰ ਕਿ ਤੂੰ ਕਿੱਥੇ ਜਾ ਰਿਹਾ ਹੈ। ਆਈ ਐਮ ਗੋਇੰਗ ਟੂ ਮੀਟ ਰੂਸ਼ੋ ਟੂ ਆਸਕ ਹਿਮ ਅ ਕੁਐਸਚਨ ਦੈਟ ਇਜ਼ ਟਰਬਲਿੰਗ ਮੀ। ਕਹਿੰਦਾ ਮੈਂ ਰੂਸ਼ੋ ਦੇ ਕੋਲ ਜਾ ਰਿਹਾ ਵਾਂ, ਉਸਨੂੰ ਇੱਕ ਕੁਐਸਚਨ ਪੁੱਛਣ ਵਾਸਤੇ ਜਿਹੜਾ ਕੁਐਸਚਨ ਮੈਨੂੰ ਬਹੁਤ ਤੰਗ ਕਰ ਰਿਹਾ। ਆਈ ਹੈਵ ਏ ਡਾਟਰ ਹੂ ਇਜ਼ 10, ਸ਼ੀ ਹੈਜ਼ ਨੈਵਰ ਸਪੋਕਨ ਅ ਵਰਡ ਇਨ ਹਰ ਲਾਈਫ। ਉਸ ਔਰਤ ਨੇ ਲਿਊ ਨੂੰ ਕਿਹਾ ਕਿ ਮੇਰੀ ਵੀ ਲੜਕੀ ਹੈ, ਉਸ ਦੀ ਉਮਰ 10 ਸਾਲ ਹੈ, ਅਤੇ ਉਹਨੇ ਕਦੀ ਆਪਣੀ ਲਾਈਫ ਵਿੱਚ ਇੱਕ ਲਫ਼ਜ਼ ਵੀ ਨਹੀਂ ਬੋਲਿਆ, ਕਿ ਆਪਣੀ ਲਾਈਫ 'ਚ ਉਹਨੇ ਇੱਕ ਸ਼ਬਦ ਵੀ ਕਦੇ ਨਹੀਂ ਬੋਲਿਆ। ਕੁਡ ਯੂ ਆਸਕ ਹਿਮ ਵਾਈ ਦਾ ਵੂਮਨ ਸੈਡ। ਉਸ ਔਰਤ ਨੇ ਕਿਹਾ ਕਿ ਤੁਸੀਂ ਰੂਸ਼ੋ ਨੂੰ ਪੁੱਛੋਗੇ ਕਿ ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਉਹ ਬੋਲਦੀ, ਕਿਉਂ ਨਹੀਂ ਇੱਕ ਵਰਡ ਵੀ ਬੋਲ ਸਕੀ ਆਪਣੀ ਲਾਈਫ ਦੇ ਵਿੱਚ। ਆਫ ਕੋਰਸ ਸੈਡ ਲਿਊ। ਲਿਊ ਨੇ ਕਿਹਾ ਨਿਰਸੰਦੇਹ, ਪੱਕੀ ਗੱਲ ਕਿ ਉਹ ਪੁੱਛੇਗਾ। ਲਿਊ ਥੈਂਕਡ ਹਰ ਐਂਡ ਕੰਟੀਨਿਊਡ ਹਿਜ਼ ਜਰਨੀ। ਲਿਊ ਨੇ ਉਸ ਔਰਤ ਦਾ ਧੰਨਵਾਦ ਕੀਤਾ ਅਤੇ ਆਪਣੀ ਯਾਤਰਾ ਨੂੰ ਅੱਗੇ ਜਾਰੀ ਰੱਖਿਆ। ਮੈਨੀ ਡੇਜ਼ ਲੇਟਰ, ਕੁਝ ਦਿਨਾਂ ਬਾਅਦ ਹੀ ਰੀਚਡ ਐਨ ਆਰਚਰਡ ਦਾ ਫਲਾਂ ਦਾ ਬਾਗ ਅਤੇ ਗਾਰਡਨ ਦਾ ਫੁੱਲਾਂ ਦਾ ਬਾਗ, ਅਤੇ ਉਹ ਫਲਾਂ ਦੇ ਬਾਗ ਦੇ ਵਿੱਚ ਪਹੁੰਚਿਆ। ਦੀ ਮੈਨ ਹੂ ਲਿਵਡ ਦੇਅਰ ਸੈਡ। ਉੱਥੇ ਆਦਮੀ ਜਿਹੜਾ ਉੱਥੇ ਆਦਮੀ ਰਹਿੰਦਾ ਸੀ, ਉਸ ਬਾਗ ਦੇ ਵਿੱਚ ਰਹਿੰਦਾ ਸੀ, ਉਸਨੇ ਕਿਹਾ ਯੂ ਮਸਟ ਬੀ ਟਾਇਰਡ। ਲਿਊ ਨੇ ਕਿਹਾ ਕਿ ਤੁਸੀਂ ਜ਼ਰੂਰ ਥੱਕੇ ਹੋਏ ਹੋਵੋਗੇ। ਯੂ ਕੁਡ ਰੈਸਟ ਹੇਅਰ, ਤੁਸੀਂ ਇੱਥੇ ਆਰਾਮ ਕਰ ਸਕਦੇ ਹੋ। ਯੂ ਸੀਮ ਟੂ ਹੈਵ ਬੀਨ ਟਰੈਵਲਿੰਗ ਫॉर ਮੈਨੀ ਡੇਜ਼। ਜਾਪਦਾ ਹੈ ਕਿ ਤੁਸੀਂ ਕਈ ਦਿਨਾਂ ਤੋਂ ਸਫ਼ਰ ਕਰ ਰਹੇ ਹੋ। ਵੇਅਰ ਯੂ ਆਰ ਗੋਇੰਗ, ਤੁਸੀਂ ਜਾ ਕਿੱਥੇ ਰਹੇ ਹੋ? ਉਸ ਆਦਮੀ ਨੇ ਫਿਰ ਲਿਊ ਨੂੰ ਪੁੱਛਿਆ। ਲਿਊ ਟੋਲਡ ਹਿਮ ਦਾ ਪਰਪਸ ਆਫ ਹਿਸ ਜਰਨੀ। ਇਸ ਤਰ੍ਹਾਂ ਲਿਊ ਨੇ ਆਪਣੀ ਜਰਨੀ ਦਾ ਜੋ ਮਕਸਦ ਸੀ, ਜਿਸ ਵਾਸਤੇ ਉਹ ਜਾ ਰਿਹਾ ਸੀ, ਉਹਦੇ ਬਾਰੇ ਉਸ ਆਦਮੀ ਨੂੰ ਦੱਸਿਆ। ਕਿਹੜੇ ਆਦਮੀ ਨੂੰ? ਜਿਹੜਾ ਉਸ ਬਾਗ ਵਿੱਚ ਰਹਿੰਦਾ ਸੀਗਾ। ਆਈ ਹੈਵ ਏ ਕੁਐਸਚਨ ਫॉर ਰੂਸ਼ੋ ਟੂ। ਉਸ ਆਦਮੀ ਨੇ ਵੀ ਫਿਰ ਲਿਊ ਨੂੰ ਕਿਹਾ ਕਿ ਮੇਰੇ ਕੋਲ ਵੀ ਇੱਕ ਕੁਐਸਚਨ ਹੈ ਜਿਹੜਾ ਮੈਂ ਰੂਸ਼ੋ ਨੂੰ ਪੁੱਛਣਾ ਚਾਹੁੰਦਾ ਵਾਂ, ਬਟ ਆਈ ਕਾਂਟ ਮੇਕ ਦਾ ਜਰਨੀ ਮਾਈਸੈਲਫ। ਅਤੇ ਮੈਂ ਖੁਦ ਜਰਨੀ ਕਰਕੇ, ਯਾਤਰਾ ਕਰਕੇ ਨਹੀਂ ਜਾ ਸਕਦਾ। ਦਾ ਔਰੇਂਜ ਟੀ ਇਨ ਮਾਈ ਗਾਰਡਨ ਨੈਵਰ ਬੀਅਰਸ ਫਰੂਟ। ਕਿ ਮੇਰੇ ਬਾਗ ਦੇ ਵਿੱਚ ਇੱਕ ਸੰਤਰਿਆਂ ਦਾ ਦਰਖਤ ਹੈ ਜਿਹਨੂੰ ਕਦੇ ਕੋਈ ਫਲ ਨਹੀਂ ਲੱਗਦਾ। ਆਈ ਹੈਵ ਬੀਨ ਵਾਟਰਿੰਗ ਐਂਡ ਲੁਕਿੰਗ ਆਫਟਰ ਇਟ ਫॉर ਮੈਨੀ ਈਅਰ। ਅਤੇ ਮੈਂ ਕਈ ਸਾਲਾਂ ਤੋਂ ਇਹਨੂੰ ਪਾਣੀ ਵੀ ਦੇ ਰਿਹਾ ਅਤੇ ਇਹਦੀ ਦੇਖਭਾਲ ਕਰ ਰਿਹਾ ਵਾਂ, ਪਰ ਇਹਨੂੰ ਕੋਈ ਫਲ ਨਹੀਂ ਲੱਗ ਰਿਹਾ। ਦਾ ਸੋਲ ਇਜ਼ ਫਰਟਾਈਲ। ਸੋਲ ਹੁੰਦੀ ਜ਼ਮੀਨ, ਫਰਟਾਈਲ ਵਿੱਚ ਉਪਜਾਊ, ਜ਼ਮੀਨ ਵੀ ਬੜੀ ਉਪਜਾਊ ਹੈ। ਬਟ ਦਾ ਟੀ ਰਿਮੇਨਸ ਬੈਰਨ ਮੀਨਸ ਬੰਜਰ। ਇਹਨੂੰ ਕੋਈ ਫਲ ਨਹੀਂ ਲੱਗਦਾ। ਜਿਹੜਾ ਫਲਾਂ ਤੋਂ ਰਹਿਤ ਹੁੰਦਾ ਉਹਨੂੰ ਬੈਰਨ ਕਿਹਾ ਜਾਂਦਾ ਵਾ। ਅਤੇ ਇਹ ਦਰਖਤ ਜਿਹੜਾ ਬਿਲਕੁਲ ਬੰਜਰ ਹੀ ਰਹਿੰਦਾ, ਇਹਨੂੰ ਕਦੀ ਕੋਈ ਫਲ ਨਹੀਂ ਲੱਗਦਾ। ਕੁਡ ਯੂ ਆਸਕ ਹਿਮ ਵਾਈ। ਕਿ ਤੁਸੀਂ ਇਹਨੂੰ ਪੁੱਛੋਗੇ ਕਿ ਕਿਉਂ, ਕੀ ਕਾਰਨ ਹੈ, ਇਸ ਨੂੰ ਫਲ ਕਿਉਂ ਨਹੀਂ ਲੱਗਦਾ।